Good morning, students. How are you? I hope you all are fine. ਅੱਜ ਅਸੀਂ ਇਤਿਹਾਸ ਦੇ ਲੈਸਨ 7 ਰਾਜਪੂਤ ਦਾ ਲੌਂਗ ਕੁਐਸਚਨ ਆਨਸਰ ਰੀਡ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਇਸ ਲੈਸਨ ਦੇ ਬਾਰੇ ਸੰਖੇਪ ਵਿੱਚ ਪੜ੍ਹ ਚੁੱਕੇ ਹਾਂ ਅਤੇ ਨਾਲ ਹੀ ਇਸ ਦੇ ਸ਼ਾਰਟ ਕੁਐਸਚਨ ਆਨਸਰ ਵੀ ਰੀਡ ਕਰ ਚੁੱਕੇ ਹਾਂ। ਅੱਜ ਅਸੀਂ ਇਸ ਦਾ ਲੌਂਗ ਕੁਐਸਚਨ ਆਨਸਰ ਰੀਡ ਕਰਾਂਗੇ। ਕੁਐਸਚਨ ਹੈ, ਰਾਜਪੂਤ ਕਾਲ ਦੇ ਸਮਾਜਿਕ ਜੀਵਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ। ਦੇਖੋ, ਰਾਜਪੂਤ ਜਿਹੜਾ ਕਾਲ ਸੀ ਉਹਦੇ ਸਮਾਜਿਕ ਜੀਵਨ ਦੀਆਂ ਕੀ ਵਿਸ਼ੇਸ਼ਤਾਵਾਂ ਸੀ, ਇਸ ਬਾਰੇ ਆਪਾਂ ਪੜ੍ਹਾਂਗੇ। ਦੇਖੋ, ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ ਜਾਤੀ ਪ੍ਰਥਾ। ਦੇਖੋ, ਰਾਜਪੂਤ ਕਾਲ ਵਿੱਚ ਜਾਤੀ ਪ੍ਰਥਾ ਬਹੁਤ ਜ਼ੋਰ ਫੜ ਚੁੱਕੀ ਸੀ। ਕਹਿਣ ਦਾ ਭਾਵ ਕਿ ਰਾਜਪੂਤ ਕਾਲ ਵਿੱਚ ਜਾਤੀ ਪ੍ਰਥਾ ਦਾ ਬਹੁਤ ਬੋਲਬਾਲਾ ਸੀ। ਅੱਗੇ ਦੇਖੋ, ਉਹਨਾਂ ਦਾ ਸਮਾਜ ਨਾ ਕੇਵਲ 4 ਮੁੱਖ ਜਾਤਾਂ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਸਗੋਂ ਕਈ ਹੋਰ ਜਾਤਾਂ ਅਤੇ ਉਪ ਜਾਤਾਂ ਵਿੱਚ ਵੰਡਿਆ ਹੋਇਆ ਸੀ। ਉਸ ਸਮੇਂ ਦੇ ਸਮਾਜ ਵਿੱਚ 4 ਮੁੱਖ ਜਾਤਾਂ ਸਨ, ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ। ਇਹਨਾਂ ਜਾਤਾਂ ਤੋਂ ਇਲਾਵਾ ਹੋਰ ਵੀ ਜਾਤਾਂ ਅਤੇ ਉਪ ਜਾਤਾਂ ਉਸ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਸਨ। ਕਹਿਣ ਦਾ ਭਾਵ ਕਿ ਉਸ ਸਮੇਂ ਦਾ ਸਮਾਜ ਜਾਤਾਂ ਅਤੇ ਉਪ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ। ਅੱਗੇ ਦੇਖੋ, ਸਮਾਜ ਵਿੱਚ ਸਾਰੇ ਧਾਰਮਿਕ ਕਾਰਜ ਅਤੇ ਸਿੱਖਿਆ ਦਾ ਕੰਮ ਬ੍ਰਾਹਮਣ ਕਰਦੇ ਸਨ। ਕਹਿਣ ਦਾ ਭਾਵ ਕਿ ਉਸ ਸਮੇਂ ਬ੍ਰਾਹਮਣ ਵਰਗ ਹੀ ਸਮਾਜ ਵਿੱਚ ਸਿੱਖਿਆ ਦਾ ਕੰਮ ਕਰਦਾ ਸੀ ਅਤੇ ਧਾਰਮਿਕ ਕੰਮ ਜਿੰਨੇ ਵੀ ਹੁੰਦੇ ਸਨ ਸਾਰੇ ਬ੍ਰਾਹਮਣ ਹੀ ਕਰਦੇ ਸਨ। ਅੱਗੇ ਦੇਖੋ, ਰਾਜੇ ਅਤੇ ਸੈਨਿਕ ਕਸ਼ੱਤਰੀ ਵਰਗ ਨਾਲ ਸੰਬੰਧ ਰੱਖਦੇ ਸਨ। ਦੇਖੋ, ਜਿਹੜੇ ਰਾਜੇ ਸੀ ਅਤੇ ਸੈਨਿਕ ਸੀ ਉਹ ਕਸ਼ੱਤਰੀ ਵਰਗ ਨਾਲ ਸੰਬੰਧ ਰੱਖਦੇ ਸੀ। ਮਤਲਬ ਕਿ ਇਹਨਾਂ ਦਾ ਕੰਮ ਹੁੰਦਾ ਸੀ ਸ਼ਾਸਨ ਚਲਾਉਣਾ ਅਤੇ ਲੋਕਾਂ ਦੀ ਰੱਖਿਆ ਕਰਨਾ। ਅੱਗੇ ਦੇਖੋ, ਵੈਸ਼ ਵਪਾਰ ਦਾ ਕੰਮ ਕਰਦੇ ਸਨ। ਜਿਹੜਾ ਵੈਸ਼ ਵਰਗ ਸੀ ਉਸ ਦਾ ਕੰਮ ਵਪਾਰ ਕਰਨਾ ਸੀ। ਅੱਗੇ ਦੇਖੋ, ਸ਼ੂਦਰਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਸਮਾਜ ਵਿੱਚ ਸਭ ਤੋਂ ਨੀਵੀਂ ਅਤੇ ਛੋਟੀ ਜਾਤੀ ਸ਼ੂਦਰਾਂ ਨੂੰ ਮੰਨਿਆ ਜਾਂਦਾ ਸੀ। ਉਹਨਾਂ ਨਾਲ ਬਹੁਤ ਹੀ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਉੱਚ ਜਾਤੀ ਦੇ ਲੋਕ ਸ਼ੂਦਰਾਂ ਨੂੰ ਛੂਹਣਾ ਵੀ ਪਾਪ ਸਮਝਦੇ ਸਨ। ਉਹਨਾਂ ਦੀ ਜਿਹੜੀ ਹਾਲਤ ਸੀ ਸਮਾਜ ਵਿੱਚ ਬਹੁਤ ਹੀ ਤਰਸਯੋਗ ਸੀ। ਅੱਗੇ ਦੇਖੋ, ਰਾਜਪੂਤ ਆਪਣੀ ਉੱਚ ਜਾਤੀ ਦਾ ਬਹੁਤ ਮਾਣ ਕਰਦੇ ਸੀ। ਦੇਖੋ, ਜਿਹੜੇ ਰਾਜਪੂਤ ਸੀ ਉਹ ਕਸ਼ੱਤਰੀ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਉਹਨਾਂ ਨੂੰ ਆਪਣੀ ਜਿਹੜੀ ਜਾਤੀ ਆ ਉੱਤੇ ਬਹੁਤ ਮਾਣ ਸੀ। ਅੱਗੇ ਦੇਖੋ, ਰਾਜਪੂਤਾਂ ਦੀ ਜਾਤੀ ਪ੍ਰਥਾ ਉਹਨਾਂ ਲਈ ਹਾਨੀਕਾਰਕ ਸਿੱਧ ਹੋਈ। ਕਹਿਣ ਦਾ ਭਾਵ ਕਿ ਜਾਤੀ ਪ੍ਰਥਾ ਕਰਕੇ ਹਰੇਕ ਰਾਜਪੂਤ ਰਾਜਾ ਆਪਣੇ ਆਪ ਨੂੰ ਦੂਸਰੇ ਰਾਜੇ ਤੋਂ ਸਰਵਸ਼੍ਰੇਸ਼ਟ ਸਮਝਦਾ ਸੀ ਅਤੇ ਉਹ ਆਪਸ 'ਚ ਲੜਦੇ ਰਹਿੰਦੇ ਸਨ। ਉਹਨਾਂ ਦੀ ਇਸੇ ਲੜਾਈ ਦਾ ਫਾਇਦਾ ਉਠਾ ਕੇ ਵਿਦੇਸ਼ੀ ਹਮਲਾਵਰਾਂ ਖਾਸ ਕਰਕੇ ਮੁਸਲਮਾਨਾਂ ਨੇ ਭਾਰਤ 'ਤੇ ਅਧਿਕਾਰ ਕਰ ਲਿਆ। ਇਸ ਪ੍ਰਕਾਰ ਇਹ ਕਹਿ ਸਕਦੇ ਹਾਂ ਕਿ ਜਿਹੜੀ ਰਾਜਪੂਤਾਂ ਦੀ ਜਾਤੀ ਪ੍ਰਥਾ ਸੀ ਇਹ ਉਹਨਾਂ ਲਈ ਬੜੀ ਹਾਨੀਕਾਰਕ ਸਿੱਧ ਹੋਈ, ਕਿਉਂਕਿ ਉਹਨਾਂ ਦੇ ਵਿੱਚ ਰਾਜਨੀਤਿਕ ਏਕਤਾ ਨਹੀਂ ਰਹੀ ਅਤੇ ਮੁਸਲਮਾਨਾਂ ਨੇ ਭਾਰਤ 'ਤੇ ਅਧਿਕਾਰ ਕਰ ਲਿਆ। ਨੈਕਸਟ ਪੁਆਇੰਟ ਹੈ ਇਸਤਰੀਆਂ ਦੀ ਸਥਿਤੀ। ਦੇਖੋ, ਰਾਜਪੂਤ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਕਿਸ ਤਰ੍ਹਾਂ ਦੀ ਸੀ। ਰਾਜਪੂਤ ਸਮਾਜ ਵਿੱਚ ਔਰਤਾਂ ਦਾ ਬਹੁਤ ਹੀ ਆਦਰ ਕੀਤਾ ਜਾਂਦਾ ਸੀ। ਦੇਖੋ, ਜਿਹੜਾ ਰਾਜਪੂਤ ਸਮਾਜ ਹੈ ਉਸ ਵਿੱਚ ਔਰਤਾਂ ਦਾ ਬਹੁਤ ਆਦਰ ਭਾਵ ਕਿ ਬਹੁਤ ਹੀ ਇੱਜ਼ਤ ਮਾਣ ਕੀਤਾ ਜਾਂਦਾ ਸੀ। ਉਹ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ। ਪੜ੍ਹੀਆਂ ਲਿਖੀਆਂ ਭਾਵ ਕਿ ਉਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਵੀ ਪ੍ਰਾਪਤ ਸੀ। ਅੱਗੇ ਦੇਖੋ, ਉਹ ਸਮਾਜਿਕ ਜੀਵਨ ਅਤੇ ਧਾਰਮਿਕ ਜੀਵਨ ਵਿੱਚ ਮਹੱਤਵਪੂਰਨ ਭਾਗ ਲੈਂਦੀਆਂ ਸਨ। ਕਹਿਣ ਦਾ ਭਾਵ ਕਿ ਉਸ ਸਮਾਜ ਵਿੱਚ ਹੋਣ ਵਾਲੇ ਜਿੰਨੇ ਵੀ ਧਾਰਮਿਕ ਕੰਮ ਆ ਜਾਂ ਸਮਾਜਿਕ ਕੰਮ ਆ ਉਹਨਾਂ ਵਿੱਚ ਇਸਤਰੀਆਂ ਜਿਹੜੀਆਂ ਸੀ ਉਹ ਮਹੱਤਵਪੂਰਨ ਹਿੱਸਾ ਪਾਉਂਦੀਆਂ ਸਨ। ਅੱਗੇ ਦੇਖੋ, ਲੋੜ ਪੈਣ 'ਤੇ ਉਹ ਮਰਦਾਂ ਵਾਂਗ ਯੁੱਧ ਖੇਤਰ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਕਰਦੀਆਂ ਸਨ। ਦੇਖੋ, ਜਿਹੜੀਆਂ ਰਾਜਪੂਤ ਇਸਤਰੀਆਂ ਹੁੰਦੀਆਂ ਸਨ ਉਹ ਬੜੀਆਂ ਬਹਾਦਰ ਹੁੰਦੀਆਂ ਸਨ।
ਕਈ ਵਾਰ ਜ਼ਰੂਰਤ ਪੈਣ 'ਤੇ ਉਹ ਮਰਦਾਂ ਵਾਂਗ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਵੀ ਕਰਦੀਆਂ ਸਨ। ਅੱਗੇ ਦੇਖੋ, ਉਹਨਾਂ ਨੂੰ ਆਪਣਾ ਵਰ ਚੁਣਨ ਦੀ ਸੁਤੰਤਰਤਾ ਹੁੰਦੀ ਸੀ। ਵਰ ਚੁਣਨ ਭਾਵ ਕਿ ਆਪਣਾ ਪਤੀ ਚੁਣਨ ਦੀ ਸੁਤੰਤਰਤਾ ਹੁੰਦੀ ਸੀ। ਕਹਿਣ ਦਾ ਭਾਵ ਕਿ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀ ਆਜ਼ਾਦੀ ਹੁੰਦੀ ਸੀ। ਉਹ ਆਪਣੀ ਮਰਜ਼ੀ ਨਾਲ ਵਰ ਚੁਣ ਸਕਦੀਆਂ ਸਨ। ਅੱਗੇ ਦੇਖੋ, ਰਾਜਪੂਤ ਇਸਤਰੀਆਂ ਦਾ ਚਰਿੱਤਰ ਬੜਾ ਉੱਚਾ ਹੁੰਦਾ ਸੀ। ਦੇਖੋ, ਰਾਜਪੂਤ ਇਸਤਰੀਆਂ ਹੁੰਦੀਆਂ ਸੀ, ਉਹਨਾਂ ਦਾ ਚਰਿੱਤਰ ਬੜਾ ਉੱਚਾ ਹੁੰਦਾ ਸੀ। ਕਹਿਣ ਦਾ ਭਾਵ ਕਿ ਉਹ ਆਪਣੀ ਜਾਨ ਦੇ ਸਕਦੀਆਂ ਸਨ, ਪਰ ਆਪਣੀ ਇੱਜ਼ਤ ਨੂੰ ਜਾਂ ਚਰਿੱਤਰ ਨੂੰ ਦਾਗ ਨਹੀਂ ਲੱਗਣ ਦਿੰਦੀਆਂ ਸਨ। ਅੱਗੇ ਦੇਖੋ, ਪਤੀ ਦੀ ਮੌਤ ਹੋ ਜਾਣ ਕਾਰਨ ਉਹ ਸਤੀ ਹੋ ਜਾਂਦੀਆਂ ਸੀ। ਜੇ ਕਿਸੇ ਕਾਰਨ ਵੰਸ਼ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਤਾਂ ਉਹ ਸਤੀ ਹੋ ਜਾਂਦੀਆਂ ਸਨ। ਸਤੀ ਤੋਂ ਭਾਵ ਕਿ ਉਹ ਆਪਣੇ ਆਪ ਨੂੰ ਜਲਦੀ ਹੋਈ ਚਿਖਾ 'ਤੇ ਸਾੜ ਕੇ ਮਰ ਜਾਂਦੀਆਂ ਸਨ। ਅੱਗੇ ਦੇਖੋ, ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਉਹ ਵਿਸ਼ਾਲ ਚੀਖਾ ਜਲਾ ਕੇ ਜਲ ਮਰਦੀਆਂ ਸਨ। ਇਸ ਪ੍ਰਥਾ ਨੂੰ ਜੋਹਰ ਪ੍ਰਥਾ ਕਹਿੰਦੇ ਸਨ। ਦੇਖੋ, ਜਦੋਂ ਰਾਜਪੂਤ ਇਸਤਰੀਆਂ ਦੇ ਪਤੀ ਯੁੱਧ ਦੇ ਮੈਦਾਨ ਵਿੱਚ ਜਾਂਦੇ ਸੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਉਹਨਾਂ ਦੇ ਪਤੀ ਯੁੱਧ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਹਨ, ਅਤੇ ਉਹ ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਜੋਹਰ ਕਰਦੀਆਂ ਸਨ, ਭਾਵ ਕਿ ਉਹ ਆਪਣੇ ਆਪ ਨੂੰ ਜਲਦੀ ਹੋਈ ਚਿਖਾ 'ਤੇ ਜਲਾ ਕੇ ਮਰ ਜਾਂਦੀਆਂ ਸਨ। ਇਸ ਪ੍ਰਥਾ ਨੂੰ ਜੋਹਰ ਪ੍ਰਥਾ ਕਿਹਾ ਜਾਂਦਾ ਸੀ। ਜੋਹਰ ਪ੍ਰਥਾ ਵਿੱਚ ਇਸਤਰੀਆਂ, ਖਾਸ ਕਰ ਰਾਜਪੂਤ ਇਸਤਰੀਆਂ, ਆਪਣੀ ਇੱਛਾ ਨਾਲ ਆਪਣੀ ਇੱਜ਼ਤ ਨੂੰ ਬਚਾਉਣ ਲਈ ਚਿਖਾ ਵਿੱਚ ਜਲ ਕੇ ਮਰਦੀਆਂ ਸਨ, ਜਦ ਕਿ ਜਿਹੜੀ ਸਤੀ ਪ੍ਰਥਾ ਸੀ ਉਹ ਆਪਣੀ ਇੱਛਾ ਨਾਲ ਨਹੀਂ ਸੜ ਕੇ ਮਰਦੀਆਂ ਸੀ। ਕਈ ਵਾਰ ਉਹਨਾਂ ਨੂੰ ਜ਼ਬਰਦਸਤੀ ਹੀ ਸਾੜ ਦਿੱਤਾ ਜਾਂਦਾ ਸੀ। ਅੱਗੇ ਦੇਖੋ, ਇਸਤਰੀਆਂ ਦੀ ਰੱਖਿਆ ਲਈ ਰਾਜਪੂਤ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ। ਦੇਖੋ, ਜਿਹੜੇ ਰਾਜਪੂਤ ਸੀ ਉਹ ਇਸਤਰੀਆਂ ਦਾ ਬਹੁਤ ਆਦਰ ਕਰਦੇ ਸੀ ਅਤੇ ਉਹਨਾਂ ਦੀ ਰੱਖਿਆ ਵਾਸਤੇ ਉਹ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਸੀ। ਕਹਿਣ ਦਾ ਭਾਵ ਕਿ ਉਹ ਇਸਤਰੀਆਂ ਦੀ ਰੱਖਿਆ ਲਈ ਆਪਣੀ ਜਾਨ ਤੱਕ ਵੀ ਦੇ ਦਿੰਦੇ ਸੀ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਰਾਜਪੂਤ ਸਮਾਜ ਵਿੱਚ ਇਸਤਰੀਆਂ ਦੀ ਜਿਹੜੀ ਸਥਿਤੀ ਸੀ ਉਹ ਕਾਫੀ ਚੰਗੀ ਸੀ ਅਤੇ ਰਾਜਪੂਤ ਇਸਤਰੀਆਂ ਦਾ ਕਾਫੀ ਆਦਰ ਮਾਣ ਕੀਤਾ ਜਾਂਦਾ ਸੀ। ਨੈਕਸਟ ਪੁਆਇੰਟ ਹੈ ਮਹਿਮਾਨ ਨਿਵਾਸ। ਦੇਖੋ, ਰਾਜਪੂਤ ਆਪਣੇ ਮਹਿਮਾਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਦੇਖੋ, ਜਿਹੜੇ ਰਾਜਪੂਤ ਸੀ ਉਹ ਬੜੇ ਮਹਿਮਾਨ ਨਵਾਜ਼ ਸੀ ਅਤੇ ਉਹ ਆਪਣੇ ਮਹਿਮਾਨਾਂ ਦਾ ਬਹੁਤ ਸਤਿਕਾਰ ਕਰਦੇ ਸੀ। ਉਹ ਆਪਣੇ ਮਹਿਮਾਨਾਂ ਨੂੰ ਭਗਵਾਨ ਦੀ ਤਰ੍ਹਾਂ ਸਮਝਦੇ ਸਨ। ਅੱਗੇ ਦੇਖੋ, ਉਹ ਸ਼ਰਨ ਆਏ ਦੀ ਰੱਖਿਆ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ। ਕਹਿਣ ਦਾ ਭਾਵ ਕਿ ਜੇ ਕੋਈ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਤਾਂ ਉਹ ਉਹਨਾਂ ਵਾਸਤੇ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਸਨ। ਉਹ ਆਪਣੀ ਜਾਨ ਦੇ ਕੇ ਵੀ ਉਹਨਾਂ ਦੀ ਰੱਖਿਆ ਕਰਦੇ ਸਨ। ਅੱਗੇ ਦੇਖੋ, ਇੱਥੋਂ ਤੱਕ ਕਿ ਉਹ ਸ਼ਰਨ ਆਏ ਦੁਸ਼ਮਣ ਨਾਲ ਵੀ ਚੰਗਾ ਸਲੂਕ ਕਰਦੇ ਸਨ। ਰਾਜਪੂਤਾਂ ਦੀ ਮਹਿਮਾਨ ਨਵਾਜ਼ੀ ਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਉਹ ਸ਼ਰਨ ਆਏ ਦੁਸ਼ਮਣ ਨਾਲ ਵੀ ਚੰਗਾ ਸਲੂਕ ਕਰਦੇ ਸਨ। ਕਹਿਣ ਦਾ ਭਾਵ ਕਿ ਉਹ ਸ਼ਰਨ 'ਚ ਕੋਈ ਦੁਸ਼ਮਣ ਵੀ ਆ ਜਾਵੇ ਤਾਂ ਉਸ ਨਾਲ ਦੁਸ਼ਮਣੀ ਨੂੰ ਭੁਲਾ ਕੇ ਉਸ ਦੀ ਮਹਿਮਾਨ ਨਵਾਜ਼ੀ ਕਰਦੇ ਸਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਮਹਿਮਾਨ ਨਵਾਜ਼ੀ ਰਾਜਪੂਤ ਸਮਾਜ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਨੈਕਸਟ ਪੁਆਇੰਟ ਹੈ ਬਹਾਦਰ ਅਤੇ ਇਮਾਨਦਾਰ। ਦੇਖੋ, ਰਾਜਪੂਤ ਬੜੇ ਬਹਾਦਰ ਅਤੇ ਸਾਹਸੀ ਹੁੰਦੇ ਸਨ। ਦੇਖੋ, ਜਿਹੜੇ ਰਾਜਪੂਤ ਸੀ ਉਹ ਬੜੇ ਹੀ ਬਹਾਦਰ ਅਤੇ ਸਾਹਸੀ ਹੁੰਦੇ ਸੀ। ਉਹ ਸੁੱਤੇ ਹੋਏ, ਨਿਹੱਥੇ ਅਤੇ ਧੋਖੇ ਨਾਲ ਦੁਸ਼ਮਣ ਉੱਤੇ ਹਮਲਾ ਕਰਨ ਨੂੰ ਕਾਇਰਤਾ ਸਮਝਦੇ ਸਨ। ਦੇਖੋ, ਜਿਹੜੇ ਰਾਜਪੂਤ ਸੀ ਉਹ ਸੁੱਤੇ ਹੋਏ ਦੁਸ਼ਮਣ 'ਤੇ ਕਦੇ ਹਮਲਾ ਨਹੀਂ ਕਰਦੇ ਸਨ, ਨਾ ਹੀ ਨਿਹੱਥੇ ਦੁਸ਼ਮਣ 'ਤੇ ਕਦੇ ਹਮਲਾ ਕਰਦੇ ਸਨ, ਨਾ ਹੀ ਧੋਖੇ ਨਾਲ ਦੁਸ਼ਮਣ ਉੱਤੇ ਹਮਲਾ ਕਰਦੇ ਸਨ। ਜਿਹੜਾ ਵੀ ਇਸ ਤਰ੍ਹਾਂ ਕਰਦਾ ਸੀ ਉਹ ਉਸ ਨੂੰ ਕਾਇਰ ਸਮਝਦੇ ਸਨ। ਅੱਗੇ ਦੇਖੋ, ਰਾਜਪੂਤ ਉੱਚ ਦਰਜੇ ਦੇ ਇਮਾਨਦਾਰ ਹੁੰਦੇ ਸਨ। ਦੇਖੋ, ਜਿਹੜੇ ਰਾਜਪੂਤ ਸੀ ਉਹ ਬੜੇ ਹੀ ਇਮਾਨਦਾਰ ਹੁੰਦੇ ਸਨ।
ਝੂਠ ਬੋਲਣ ਨੂੰ ਉਹ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਸਨ। ਜਿਹੜੇ ਰਾਜਪੂਤ ਰਾਜੇ ਸੀ ਉਹ ਝੂਠ ਨਾਲ ਬੜੀ ਨਫ਼ਰਤ ਕਰਦੇ ਸਨ ਅਤੇ ਉਹ ਇਸ ਨੂੰ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸਨ। ਅੱਗੇ ਦੇਖੋ, ਉਹ ਆਪਣੇ ਵਚਨ ਦੇ ਬੜੇ ਪੱਕੇ ਹੁੰਦੇ ਸਨ। ਜਿਹੜੇ ਰਾਜਪੂਤ ਰਾਜੇ ਸੀ ਉਹ ਵਚਨ ਦੇ ਬੜੇ ਪੱਕੇ ਹੁੰਦੇ ਸਨ। ਆਪਣੇ ਵਚਨ ਨੂੰ ਪੂਰਾ ਕਰਨ ਲਈ ਉਹ ਆਪਣੀ ਜਾਨ ਦੀ ਬਾਜੀ ਵੀ ਲਗਾ ਦਿੰਦੇ ਸਨ। ਕਹਿਣ ਦਾ ਭਾਵ ਕਿ ਆਪਣੇ ਵਚਨ ਨੂੰ ਪੂਰਾ ਕਰਨ ਲਈ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਸਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਜਿਹੜੇ ਰਾਜਪੂਤ ਸੀ ਉਹ ਬੜੇ ਬਹਾਦਰ ਅਤੇ ਇਮਾਨਦਾਰ ਹੁੰਦੇ ਸਨ। ਬਹਾਦਰੀ ਅਤੇ ਇਮਾਨਦਾਰੀ ਰਾਜਪੂਤਾਂ ਦੇ ਮੁੱਖ ਗੁਣ ਸਨ। ਨੈਕਸਟ ਪੁਆਇੰਟ ਹੈ ਕੁਝ ਸਮਾਜਿਕ ਬੁਰਾਈਆਂ। ਦੇਖੋ, ਰਾਜਪੂਤ ਸਮਾਜ ਵਿੱਚ ਕੁਝ ਬੁਰਾਈਆਂ ਵੀ ਪ੍ਰਚਲਿਤ ਸਨ। ਦੇਖੋ, ਆਪਾਂ ਪਿੱਛੇ ਪੜ੍ਹਿਆ ਕਿ ਜਿੱਦਾਂ ਕਿ ਰਾਜਪੂਤ ਸਮਾਜ ਦੇ ਵਿੱਚ ਇਸਤਰੀਆਂ ਦੀ ਜਿਹੜੀ ਸਥਿਤੀ ਸੀ ਉਹ ਕਾਫੀ ਚੰਗੀ ਸੀ। ਉਹ ਬੜੇ ਮਹਿਮਾਨ ਨਵਾਜ਼ ਸੀ ਅਤੇ ਬਹਾਦਰ ਅਤੇ ਇਮਾਨਦਾਰ ਵੀ ਹੁੰਦੇ ਸੀ। ਪਰ ਇਸ ਦੇ ਨਾਲ ਨਾਲ ਰਾਜਪੂਤ ਸਮਾਜ ਵਿੱਚ ਕੁਝ ਬੁਰਾਈਆਂ ਵੀ ਪ੍ਰਚਲਿਤ ਸਨ। ਦੇਖੋ, ਉਹ ਲੜਕੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਦੇ ਸਨ। ਜਿਹੜੇ ਰਾਜਪੂਤ ਸੀ ਉਹ ਲੜਕੀਆਂ ਦੇ ਜਨਮ ਨੂੰ ਚੰਗਾ ਨਹੀਂ ਮੰਨਦੇ ਸਨ। ਅੱਗੇ ਦੇਖੋ, ਉਹ ਜੰਮਦੀਆਂ ਲੜਕੀਆਂ ਨੂੰ ਮਾਰ ਦਿੰਦੇ ਸਨ। ਦੇਖੋ, ਜਿਹੜੇ ਰਾਜਪੂਤ ਹੁੰਦੇ ਸੀ ਉਹ ਜਨਮ ਲੈਂਦੇ ਸਾਰ ਹੀ ਲੜਕੀਆਂ ਨੂੰ ਮਾਰ ਦਿੰਦੇ ਸਨ। ਅੱਗੇ ਦੇਖੋ, ਬਾਲ ਵਿਵਾਹ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਵੀ ਉਸ ਸਮੇਂ ਪ੍ਰਚਲਿਤ ਸਨ। ਦੇਖੋ, ਉਸ ਸਮੇਂ ਬਾਲ ਵਿਵਾਹ ਵਰਗੀ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਵੀ ਪ੍ਰਚਲਿਤ ਸਨ। ਅੱਗੇ ਦੇਖੋ, ਰਾਜਪੂਤਾਂ ਵਿੱਚ ਆਪਸੀ ਏਕਤਾ ਦੀ ਘਾਟ ਸੀ। ਦੇਖੋ, ਰਾਜਪੂਤ ਸੀ ਉਹ ਆਪਣੀ ਜਿਹੜੀ ਜਾਤੀ ਦਾ ਬੜਾ ਮਾਣ ਕਰਦੇ ਸੀ, ਇਸ ਕਰਕੇ ਉਹਨਾਂ ਵਿੱਚ ਆਪਸੀ ਏਕਤਾ ਦੀ ਘਾਟ ਸੀ ਅਤੇ ਉਹ ਆਪਸ ਵਿੱਚ ਲੜਦੇ ਰਹਿੰਦੇ ਸੀ। ਕਿ ਦੇਖੋ, ਉੱਚ ਵਰਗ ਦੇ ਲੋਕ ਸ਼ਰਾਬ ਅਤੇ ਅਫੀਮ ਦੀ ਬਹੁਤ ਵਰਤੋਂ ਕਰਦੇ ਸਨ। ਦੇਖੋ, ਜਿਹੜੇ ਉੱਚ ਵਰਗ ਦੇ ਲੋਕ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ ਅਤੇ ਅਫੀਮ ਦੀ ਵਰਤੋਂ ਵੀ ਬਹੁਤ ਕਰਦੇ ਸਨ। ਅੱਗੇ ਦੇਖੋ, ਉਹ ਜੂਆ ਖੇਡਣ ਦੇ ਵੀ ਬੜੇ ਸ਼ੌਕੀਨ ਸਨ। ਦੇਖੋ, ਜਿਹੜੇ ਰਾਜਪੂਤ ਦੇ ਉੱਚ ਵਰਗ ਦੇ ਲੋਕ ਸਨ ਉਹਨਾਂ ਨੂੰ ਜੂਆ ਖੇਡਣ ਦਾ ਵੀ ਬੜਾ ਸ਼ੌਂਕ ਸੀ। ਕਦੇ ਕਦੇ ਉਹ ਜੂਆ ਖੇਡਦੇ ਜੂਏ ਵਿੱਚ ਆਪਣਾ ਸਭ ਕੁਝ ਹਾਰ ਜਾਂਦੇ ਸੀ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਰਾਜਪੂਤਾਂ ਵਿੱਚ ਉੱਚ ਵਰਗ ਦੇ ਲੋਕਾਂ ਨੂੰ ਜੂਆ ਖੇਡਣ ਦੀ, ਸ਼ਰਾਬ ਪੀਣ ਦੀ ਅਤੇ ਅਫੀਮ ਖਾਣ ਦੀਆਂ ਭੈੜੀਆਂ ਆਦਤਾਂ ਲੱਗੀਆਂ ਹੋਈਆਂ ਸੀ। ਕਿ ਦੇਖੋ, ਇਹਨਾਂ ਬੁਰਾਈਆਂ ਨੇ ਬਹਾਦਰ ਅਤੇ ਨਿਡਰ ਰਾਜਪੂਤਾਂ ਦੇ ਚਰਿੱਤਰ ਨੂੰ ਕਲੰਕਿਤ ਕਰ ਦਿੱਤਾ ਸੀ। ਕਹਿਣ ਦਾ ਭਾਵ ਕਿ ਇਹਨਾਂ ਬੁਰਾਈਆਂ ਨੇ ਰਾਜਪੂਤਾਂ ਦੇ ਚਰਿੱਤਰ ਨੂੰ ਦਾਗ ਲਾ ਦਿੱਤਾ ਸੀ। ਰਾਜਪੂਤ ਬੜੇ ਬਹਾਦਰ ਹੁੰਦੇ ਸੀ ਅਤੇ ਬੜੇ ਨਿਡਰ ਸੀ, ਪਰ ਇਹਨਾਂ ਬੁਰਾਈਆਂ ਕਰਕੇ ਉਹਨਾਂ ਦੇ ਚਰਿੱਤਰ 'ਤੇ ਦਾਗ ਲੱਗ ਗਿਆ ਸੀ। ਅੱਜ ਅਸੀਂ ਇਸ ਲੈਸਨ ਦਾ ਲੌਂਗ ਕੁਐਸਚਨ ਆਨਸਰ ਰੀਡ ਕੀਤਾ ਹੈ। ਇਸ ਕੁਐਸਚਨ ਦੇ ਵਿੱਚ ਅਸੀਂ ਰਾਜਪੂਤ ਸਮਾਜ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜ੍ਹਿਆ। ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ ਹੈ ਅਤੇ ਆਪਣਾ ਪੈਂਡਿੰਗ ਕੰਮ ਵੀ ਕੰਪਲੀਟ ਕਰਨਾ ਹੈ। ਥੈਂਕਸ ਐਂਡ ਹੈਵ ਏ ਨਾਈਸ ਡੇ।